Dear students, today we will discuss liabilities. Liabilities ਨੂੰ ਅਸੀਂ ਕਹਿੰਦੇ ਆ ਦੇਣਦਾਰੀਆਂ। ਲਾਇਬਿਲਿਟੀਜ਼ ਕੀ ਹੁੰਦੀਆਂ ਹਨ? ਸਭ ਤੋਂ ਪਹਿਲਾਂ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਇਟ ਰੈਫਰਸ ਟੂ ਦੀ ਅਮਾਊਂਟ which the firms payable to outsiders when a firm purchases goods on credit from outsider. The amount owing to outsider is a liability. ਪਿਆਰੇ ਵਿਦਿਆਰਥੀਓ, ਅਸੀਂ ਬਿਜ਼ਨਸ ਚਲਾ ਰਹੇ ਹਾਂ। ਬਿਜ਼ਨਸ ਚਲਾਉਂਦੇ ਸਮੇਂ ਅਸੀਂ ਆਊਟਸਾਈਡਰ ਤੋਂ, ਕਿਸੇ ਵਿਅਕਤੀ ਤੋਂ ਬਿਜ਼ਨਸ ਦੇ ਲਈ ਗੁਡਸ ਖਰੀਦਦੇ ਹਾਂ, ਸਮਾਨ ਖਰੀਦਦੇ ਹਾਂ ਔਰ ਉਹ ਉਧਾਰ ਖਰੀਦਦੇ ਹਾਂ। ਉਧਾਰ ਖਰੀਦਦੇ ਹਾਂ ਤਾਂ ਅਸੀਂ ਉਸ ਨੂੰ ਪੈਸੇ ਦੇਣੇ ਹਨ। ਜਿੰਨੇ ਪੈਸੇ ਉਸ ਨੂੰ ਦੇਣੇ ਹਨ ਉਹ ਸਾਡੀ ਲਾਇਬਿਲਿਟੀ ਬਣਦੀ ਹੈ। ਇੱਕ ਗੱਲ ਹੋਰ ਯਾਦ ਰੱਖਣੀ ਹੈ, ਜੇਕਰ ਅਸੀਂ ਕਿਸੇ ਤੋਂ ਉਧਾਰ ਗੁਡਸ ਖਰੀਦੀਆਂ, ਉਧਾਰ ਸਮਾਨ ਖਰੀਦਿਆ, ਜਿਸ ਵਿਅਕਤੀ ਤੋਂ ਉਹ ਖਰੀਦ ਰਹੇ ਹਾਂ ਉਹ ਸਾਡਾ ਕ੍ਰੈਡੀਟਰ ਹੋਏਗਾ। ਉਸ ਨੂੰ ਅਸੀਂ ਕੀ ਕਹਾਂਗੇ? ਕ੍ਰੈਡੀਟਰ। ਯਾਨੀ ਕਿ ਜਿਸ ਦੇ ਅਸੀਂ ਪੈਸੇ ਦੇਣੇ ਨੇ ਉਸ ਨੂੰ ਅਸੀਂ ਕ੍ਰੈਡੀਟਰ ਕਹਿੰਦੇ ਹਾਂ। ਕ੍ਰੈਡੀਟਰ ਤਾਂ ਕ੍ਰੀਏਟ ਹੋਇਆ ਜੇਕਰ ਅਸੀਂ ਉਹਦੇ ਤੋਂ ਗੁਡਸ ਉਧਾਰ ਖਰੀਦੀਆਂ, ਕ੍ਰੈਡਿਟ ਖਰੀਦੀਆਂ, ਕ੍ਰੈਡਿਟ ਤੋਂ ਕ੍ਰੈਡੀਟਰ ਬਣ ਗਿਆ। ਤਾਂ ਦੇਣਦਾਰੀਆਂ ਫਿਰ ਕੀ ਹੋਈਆਂ? ਜਿਸ ਵਿਅਕਤੀ ਤੋਂ ਅਸੀਂ ਉਧਾਰ ਸਮਾਨ ਜਾਂ ਸਰਵਿਸਿਜ਼ ਪਰਚੇਜ਼ ਕਰਦੇ ਹਾਂ ਉਸ ਨੂੰ ਅਸੀਂ ਕ੍ਰੈਡੀਟਰ ਕਹਿੰਦੇ ਹਾਂ, ਔਰ ਜਿੰਨੀ ਅਮਾਊਂਟ ਉਹਨੂੰ ਪੇਬਲ ਹੈ, ਜਿੰਨਾ ਅਸੀਂ ਉਹਦੇ ਤੋਂ ਉਧਾਰ ਲਿਆ ਹੈ, ਜਿੰਨਾ ਅਸੀਂ ਉਹਦੇ ਤੋਂ ਕਰਜ਼ ਲਿੱਤਾ ਹੈ, ਉਹ ਸਾਡੀ ਲਾਇਬਿਲਿਟੀ ਬਣ ਜਾਂਦੀ ਹੈ। ਐਨ ਅਮਾਊਂਟ owing by one person to another payable in money or in goods or services. ਤਾਂ ਸਟੂਡੈਂਟਸ, ਜਿੰਨੇ ਅਸੀਂ ਪੈਸੇ ਕਿਸੇ ਪਰਸਨ ਦੇ ਦੇਣੇ ਨੇ ਉਹ ਸਾਡਾ ਕੀ ਬਣ ਜਾਂਦਾ ਹੈ ਜੀ? ਦੇਣਦਾਰੀ। ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਲਾਇਬਿਲਿਟੀ। ਇਸ ਡੈਫੀਨੇਸ਼ਨ ਰਾਹੀਂ ਅਸੀਂ ਇਸ ਕਲੀਅਰ ਕੀਤਾ ਹੈ। ਇਸ ਤੋਂ ਬਾਅਦ ਅਸੀਂ ਪੰਜਾਬੀ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦੇਣਦਾਰੀਆਂ ਉਹ ਰਕਮ ਹੁੰਦੀ ਹੈ ਜੋ ਇੱਕ ਵਿਅਕਤੀ ਦੁਆਰਾ ਦੂਸਰੇ ਵਿਅਕਤੀ ਦੇ ਰੁਪਏ ਯਾਨੀ ਕਿ ਮੁਦਰਾ, ਮਾਲ ਜਾਂ ਸੇਵਾਵਾਂ ਦੇ ਰੂਪ ਵਿੱਚ ਅਦਾਇਗੀਯੋਗ ਹੁੰਦੇ ਹਨ। ਆਮ ਤੌਰ 'ਤੇ ਦੇਣਦਾਰੀਆਂ ਬਾਹਰ ਦੇ ਪੱਖਾਂ ਨੂੰ ਪਹਿਲਾਂ ਹੋ ਚੁੱਕੀਆਂ ਘਟਨਾਵਾਂ ਦੇ ਸਿੱਟੇ ਵਜੋਂ ਪੈਦਾ ਹੋਈਆਂ ਵਿੱਤੀ ਜ਼ਿੰਮੇਵਾਰੀਆਂ ਹੁੰਦੀਆਂ ਹਨ। ਇਸ ਤੋਂ ਬਾਅਦ ਸਟੂਡੈਂਟਸ ਅਸੀਂ ਇਸ ਨੂੰ ਇੱਕ ਇਕੁਏਸ਼ਨ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਵਪਾਰ ਦੀ ਕੁੱਲ ਸੰਪੱਤੀ ਵਿੱਚੋਂ ਮਾਲਕ ਨੂੰ ਛੱਡ ਕੇ ਦੂਸਰੇ ਸਾਧਨਾਂ ਤੋਂ ਪੈਦਾ ਕੀਤਾ ਗਿਆ ਵਿੱਤ ਦੇਣਦਾਰੀਆਂ ਕਹਾਉਂਦਾ ਹੈ। ਯਾਨੀ ਕਿ ਲਾਇਬਿਲਿਟੀ ਇਜ਼ ਇਕੁਅਲ ਟੂ ਐਸਟਸ। ਉਹਨੇ ਲਿਖਿਆ ਨਾ, ਵਪਾਰ ਦੀ ਕੁੱਲ ਸੰਪੱਤੀ ਕੀ ਹੋ ਗਿਆ? ਐਸਟ। ਵਿੱਚੋਂ ਮਾਲਕ ਨੂੰ ਛੱਡ ਕੇ, ਮਾਲਕ ਨੂੰ ਛੱਡ ਕੇ ਦਾ ਮਤਲਬ ਜਿੰਨੇ ਮਾਲਕ ਨੇ ਪੈਸੇ ਲਗਾਏ ਉਹ ਆਪਾਂ ਪਹਿਲੇ ਪੜ੍ਹ ਚੁੱਕੇ ਹਾਂ। ਮਾਲਕ ਜਿੰਨੇ ਪੈਸੇ ਬਿਜ਼ਨਸ 'ਚ ਲਗਾਉਂਦਾ ਹੈ ਉਸ ਨੂੰ ਅਸੀਂ ਕੈਪੀਟਲ ਕਹਿੰਦੇ ਹਾਂ। ਇਹਦਾ ਮਤਲਬ ਕੁੱਲ ਸੰਪੱਤੀਆਂ ਵਿੱਚੋਂ ਯਾਨੀ ਕਿ ਐਸਟ ਦੇ ਵਿੱਚੋਂ ਕੈਪੀਟਲ ਨੂੰ ਮਾਈਨਸ ਕਰ ਦਈਏ ਤਾਂ ਉਹ ਸਾਡੇ ਕੋਲ ਕੀ ਹੋ ਗਿਆ? ਦੂਸਰੇ ਸਾਧਨਾਂ ਤੋਂ ਪੈਦਾ ਕੀਤਾ ਗਿਆ ਵਿੱਤ। ਤਾਂ ਉਹ ਕੀ ਬਣ ਗਿਆ? ਦੇਣਦਾਰੀਆਂ ਯਾਨੀ ਕਿ ਲਾਇਬਿਲਿਟੀਜ਼। ਜੇਕਰ ਅਸੀਂ ਇਸ ਨੂੰ ਇਕੁਏਸ਼ਨ ਦੇ ਰਾਹੀਂ ਕਰਨਾ ਹੋਏ ਤਾਂ ਅਸੀਂ ਕੀ ਲਿਖਾਂਗੇ? ਲਾਇਬਿਲਿਟੀ ਇਜ਼ ਇਕੁਅਲ ਟੂ ਐਸਟਸ ਮਾਈਨਸ ਕੈਪੀਟਲ। ਇਸ ਤਰ੍ਹਾਂ ਇੱਕ ਦੇਣਦਾਰੀ ਉਹ ਰਕਮ ਹੁੰਦੀ ਹੈ ਜੋ ਕਿ ਦੂਜਿਆਂ ਤੋਂ ਮਾਲ ਜਾਂ ਸੇਵਾਵਾਂ ਉਧਾਰ ਖਰੀਦਣ ਦੇ ਸਿੱਟੇ ਵਜੋਂ ਪੈਦਾ ਹੁੰਦੀ ਹੈ ਅਤੇ ਵਪਾਰ ਦੇ ਲਈ ਵਿੱਤ ਜੁਟਾਉਣ ਦੇ ਲਈ ਰੋਕੜ ਉਧਾਰ ਲੈਣ ਦੇ ਸਿੱਟੇ ਵਜੋਂ ਪੈਦਾ ਹੁੰਦੀ ਹੈ। ਇਸ ਨੂੰ ਅਸੀਂ ਹੇਠ ਲਿਖੇ ਅਨੁਸਾਰ ਸ਼੍ਰੇਣੀਬੱਧ ਕਰ ਸਕਦੇ ਹਾਂ। ਹੁਣ ਅਸੀਂ ਇਹਨੂੰ ਸ਼੍ਰੇਣੀਬੱਧ ਕਰਾਂਗੇ ਤਾਂ ਸਟੂਡੈਂਟ ਸਾਡੇ ਕੋਲ ਲਾਇਬਿਲਿਟੀਜ਼ ਦੋ ਤਰ੍ਹਾਂ ਦੀਆਂ ਕ੍ਰੀਏਟ ਹੋਣਗੀਆਂ। ਇੱਕ ਹੋ ਗਈ ਸਾਡੇ ਕੋਲ ਇੰਟਰਨਲ ਲਾਇਬਿਲਿਟੀਜ਼। ਆਲ ਅਮਾਊਂਟਸ ਵਿਚ ਏ ਬਿਜ਼ਨਸ ਐਂਟਿਟੀ ਹੈਜ਼ ਟੂ ਪੇ ਦੀ ਓਨਰਸ ਔਰ ਇੰਟਰਨਲ ਲਾਇਬਿਲਿਟੀ। ਸਟੂਡੈਂਟਸ, ਉਹ ਵਾਲੀ ਲਾਇਬਿਲਿਟੀ ਜਿਹੜੇ ਮਾਲਕ ਨੇ ਬਿਜ਼ਨਸ ਵਿੱਚ ਪੈਸੇ ਲਗਾਏ ਨੇ, ਜਦੋਂ ਮਾਲਕ ਬਿਜ਼ਨਸ ਸ਼ੁਰੂ ਕਰਦਾ ਹੈ ਤਾਂ ਮਾਲਕ ਨੂੰ ਬਿਜ਼ਨਸ ਨਾਲੋਂ ਅਲੱਗ ਸਮਝਿਆ ਜਾਂਦਾ ਹੈ। ਮਾਲਕ ਜਿੰਨੇ ਪੈਸੇ, ਓਨਰ ਜਿੰਨੇ ਪੈਸੇ, ਪ੍ਰੋਪਰਾਈਟਰ ਜਿੰਨੇ ਪੈਸੇ ਬਿਜ਼ਨਸ ਵਿੱਚ ਲਗਾਉਂਦਾ ਹੈ ਸਟੂਡੈਂਟਸ, ਉਸ ਦੀ ਉਹ ਕੈਪੀਟਲ ਹੁੰਦੀ ਹੈ। ਤਾਂ ਉਸ ਦੀ ਕੈਪੀਟਲ ਇੱਕ ਤਰ੍ਹਾਂ ਦੀ ਬਿਜ਼ਨਸ ਲਈ ਇੰਟਰਨਲ ਲਾਇਬਿਲਿਟੀ
ਹੁੰਦੀ ਹੈ। ਇਹਦੇ ਤੋਂ ਇਲਾਵਾ ਜਿੰਨੇ ਵੀ ਅਕਮੂਲੇਟਿਡ ਪ੍ਰੋਫਿਟ ਨੇ, ਅਕਮੂਲੇਟਿਡ ਪ੍ਰੋਫਿਟ ਪਿਛਲੇ ਸਾਲ ਦੇ ਜਿੰਨੇ ਪ੍ਰੋਫਿਟ ਨੇ ਉਹਨਾਂ ਸਾਰਿਆਂ ਨੂੰ ਜੋੜਦੇ ਜਾਈਏ, ਕੁਝ ਹਿੱਸਾ ਪ੍ਰੋਫਿਟ ਵਿੱਚੋਂ ਜੋੜਦੇ ਜਾਈਏ ਤਾਂ ਉਸ ਨੂੰ ਅਸੀਂ ਅਕਮੂਲੇਟਿਡ ਪ੍ਰੋਫਿਟ ਕਹਿੰਦੇ ਹਾਂ। ਇਹ ਵੀ ਇੱਕ ਤਰ੍ਹਾਂ ਦੇ ਇੰਟਰਨਲ ਲਾਇਬਿਲਟੀਜ਼ ਨੇ ਜੋ ਕਿ ਬਿਜ਼ਨਸ ਦੀਆਂ ਮਾਲਕ ਦੇ ਪ੍ਰਤੀ ਲਾਇਬਿਲਟੀ ਹੈ, ਯਾਨੀ ਕਿ ਜਿੰਨੇ ਉਹਦੇ ਪੈਸੇ ਪਏ ਨੇ, ਜਿੰਨੇ ਉਹਦੇ ਪੈਸੇ ਲਗਾਏ ਨੇ, ਉਹ ਇੰਟਰਨਲ ਲਾਇਬਿਲਟੀ ਹੁੰਦੀ ਹੈ। ਇਸ ਤੋਂ ਨੈਕਸਟ ਹੈ ਐਕਸਟਰਨਲ ਲਾਇਬਿਲਟੀ। ਸਟੂਡੈਂਟਸ, ਐਕਸਟਰਨਲ ਲਾਇਬਿਲਟੀਜ਼ ਉਹ ਹੁੰਦੀਆਂ ਨੇ ਆਲ ਅਮਾਊਂਟਸ ਵਿਚ ਏ ਬਿਜ਼ਨਸ ਐਂਟਿਟੀ ਹੈਜ਼ ਟੂ ਪੇ ਟੂ ਆਊਟਸਾਈਡਰਸ ਆਰ ਨੋਨ ਐਜ਼ ਐਕਸਟਰਨਲ ਲਾਇਬਿਲਟੀ। ਜਿੰਨੇ ਬਾਹਰਲੀ ਲੋਕਾਂ ਨੂੰ ਜਿੰਨੇ ਵੀ ਪੈਸੇ ਦੇਣੇ ਹਨ, ਉਹ ਚਾਹੇ ਕਰਜ਼ ਦੇ ਰੂਪ ਵਿੱਚ ਹੋਣ, ਉਹ ਚਾਹੇ ਬੈਂਕ ਤੋਂ ਲੋਨ ਲਿੱਤਾ ਹੋਏ ਜਾਂ ਕਿਸੇ ਹੋਰ ਤੋਂ ਲੋਨ ਲਿੱਤਾ ਹੋਏ, ਜਾਂ ਕੋਈ ਗੁਡਸ ਜਾਂ ਸਰਵਿਸਿਜ਼ ਉਧਾਰ ਲਿੱਤੀਆਂ ਹੋਣ ਔਰ ਉਹਨਾਂ ਦੇ ਪੈਸੇ ਦੇਣੇ ਹੋਣ, ਯਾਨੀ ਕਿ ਜਿੰਨੇ ਵੀ ਆਊਟਸਾਈਡਰ ਨੇ ਉਹਨਾਂ ਨੂੰ ਅਸੀਂ ਜਿੰਨੇ ਵੀ ਪੈਸੇ ਦੇਣੇ ਨੇ, ਜਿੰਨਾ ਵੀ ਕਰਜ਼ ਦੇਣਾ ਹੈ, ਉਹ ਸਾਡੇ ਸਾਰੇ ਐਕਸਟਰਨਲ ਲਾਇਬਿਲਟੀ ਵਿੱਚ ਆਉਂਦੇ ਹਨ। ਸਟੂਡੈਂਟਸ, ਇਸ ਤੋਂ ਬਾਅਦ ਅਸੀਂ ਕਰਾਂਗੇ ਟਾਈਪਸ ਆਫ ਲਾਇਬਿਲਟੀ। ਸਭ ਤੋਂ ਪਹਿਲਾ ਹੈ ਨੌਨ ਕਰੰਟ ਲਾਇਬਿਲਟੀ। ਸਟੂਡੈਂਟਸ, ਨੌਨ ਕਰੰਟ ਲਾਇਬਿਲਟੀ ਨੂੰ ਫਿਕਸ ਲਾਇਬਿਲਟੀ ਵੀ ਕਿਹਾ ਜਾਂਦਾ ਹੈ। ਇਹ ਦੇਣਦਾਰੀਆਂ 1 ਸਾਲ ਦੇ ਸਮੇਂ ਤੋਂ ਬਾਅਦ ਅਦਾਇਗੀ ਯੋਗ ਹੁੰਦੀਆਂ ਹਨ। ਸਪੋਜ਼ ਅਸੀਂ ਬੈਂਕ ਤੋਂ ਲੋਨ ਲੈ ਲਿਆ, ਬੈਂਕ ਦਾ ਜਿਹੜਾ ਲੋਨ ਹੈ ਅਸੀਂ ਉਹਨੂੰ ਲੌਂਗ ਟਰਮ ਲੋਨ ਮੰਨਦੇ ਹਾਂ ਔਰ ਇਹ 1 ਸਾਲ ਜਾਂ ਇਸ ਤੋਂ ਜ਼ਿਆਦਾ ਸਮੇਂ ਬਾਅਦ ਦੇਣ ਯੋਗ ਹੈ। ਸਪੋਜ਼ ਲੋਨ ਅਸੀਂ 5 ਸਾਲਾਂ ਬਾਅਦ ਵਾਪਸ ਕਰਨਾ ਹੈ, 7 ਸਾਲਾਂ ਬਾਅਦ ਵਾਪਸ ਕਰਨਾ ਹੈ, ਤਾਂ ਸਟੂਡੈਂਟਸ ਇਹ ਕਿਹਦੇ ਵਿੱਚ ਆਉਂਦਾ ਹੈ? ਨੌਨ ਕਰੰਟ ਲਾਇਬਿਲਟੀਜ਼ ਦੇ ਵਿੱਚ ਆਉਂਦਾ ਹੈ। ਡਿਬੈਂਚਰ, ਡਿਬੈਂਚਰ ਨੂੰ ਅਸੀਂ ਕਰਜ਼ ਪੱਤਰ ਕਹਿੰਦੇ ਹਾਂ। ਜਦੋਂ ਕਿਸੇ ਕੰਪਨੀ ਨੂੰ ਕਿਸੇ ਪੈਸੇ ਦੀ ਜ਼ਰੂਰਤ ਪੈਂਦੀ ਹੈ ਤਾਂ ਕੰਪਨੀ ਕਿਸੇ ਪਰਸਨਲ ਬੰਦੇ ਕੋਲੋਂ ਉਧਾਰ ਨਹੀਂ ਲੈਂਦੀ, ਬਲਕਿ ਮਾਰਕੀਟ ਦੇ ਵਿੱਚ ਇੱਕ ਪੱਤਰ ਜਾਰੀ ਕਰਦੀ ਹੈ ਜਿਹਦੇ ਉੱਤੇ ਫਿਕਸ ਰੇਟ ਆਫ ਇੰਟਰਸਟ ਲਿਖਿਆ ਹੁੰਦਾ ਹੈ। ਉਸ ਇਸ਼ੂ ਕੀਤੇ ਗਏ ਪੱਤਰ ਨੂੰ ਕਰਜ਼ ਪੱਤਰ ਦੇ ਨਾਮ ਨਾਲ, ਡਿਬੈਂਚਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਔਰ ਇਹ ਲੰਬੇ ਸਮੇਂ ਦਾ ਇੱਕ ਤਰ੍ਹਾਂ ਦਾ ਲੋਨ ਹੁੰਦਾ ਹੈ ਔਰ ਇਸ ਨੂੰ ਅਸੀਂ ਨੌਨ ਕਰੰਟ ਲਾਇਬਿਲਟੀ ਦੇ ਵਿੱਚ ਸ਼ਾਮਲ ਕਰਦੇ ਹਾਂ। ਨੰਬਰ 2 ਤੇ ਹੈ ਸਟੂਡੈਂਟਸ ਕਰੰਟ ਲਾਇਬਿਲਟੀਜ਼। ਕਰੰਟ ਲਾਇਬਿਲਟੀਜ਼ ਉਹ ਦੇਣਦਾਰੀਆਂ ਹੁੰਦੀਆਂ ਹਨ ਜੋ 1 ਸਾਲ ਸਮੇਂ ਦੇ ਅੰਦਰ ਅਦਾਇਗੀ ਯੋਗ ਹੁੰਦੀਆਂ ਹਨ। ਉਦਾਹਰਨ ਦੇ ਤੌਰ 'ਤੇ ਅਸੀਂ ਸਮਾਨ ਉਧਾਰ ਲਿਆ, ਕ੍ਰੈਡੀਟਰਸ ਕ੍ਰੀਏਟ ਹੋਏ, ਅਸੀਂ ਉਹਨਾਂ ਨੂੰ 1 ਸਾਲ ਦੇ ਸਮੇਂ ਦੇ ਅੰਦਰ ਪੇਮੈਂਟ ਵਾਪਸ ਕਰਨੀ ਹੈ। ਬਿਲਜ਼ ਪੇਬਲ ਉਹ ਹੁੰਦੇ ਹਨ ਜਦੋਂ ਸਾਡੇ ਕੋਲ ਪੈਸੇ ਨਕਦ ਵਿੱਚ ਨਹੀਂ ਹੁੰਦੇ, ਅਸੀਂ ਇੱਕ ਪੱਤਰ ਲਿਖ ਦਿੰਦੇ ਹਾਂ ਜਿਹੜਾ ਕਿ ਸਾਈਨ ਹੁੰਦਾ ਹੈ ਔਰ ਡਾਕੂਮੈਂਟਰੀ ਪ੍ਰੂਫ ਹੁੰਦਾ ਹੈ ਔਰ ਲੀਗਲ ਹੁੰਦਾ ਹੈ। ਉਹਦੇ ਬਦਲੇ ਇੱਕ ਬਿੱਲ ਦੇ ਦਿੱਤਾ ਜਾਂਦਾ ਹੈ ਕਿ ਅਸੀਂ ਤੁਹਾਨੂੰ ਇਹ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਤੁਹਾਨੂੰ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਜਿਹੜੀ ਤੁਹਾਡੇ ਕੋਲ ਅਸੀਂ ਉਧਾਰ ਲਿੱਤਾ ਹੈ ਸਮਾਨ, ਉਸ ਦੇ ਬਦਲੇ ਪੈਸੇ ਦੇ ਦਿੱਤੇ ਜਾਣਗੇ। ਉਸ ਨੂੰ ਅਸੀਂ ਬਿਲਜ਼ ਪੇਬਲ ਕਹਿੰਦੇ ਹਾਂ। ਜਿਸ ਵਪਾਰੀ ਦੁਆਰਾ ਇਹ ਸਾਈਨ ਕਰਕੇ ਦਿੱਤਾ ਜਾਂਦਾ ਹੈ ਉਹਦੇ ਦੁਆਰਾ ਸਾਈਨ ਕੀਤਾ ਗਿਆ ਬਿੱਲ ਬਿਲਜ਼ ਪੇਬਲ ਹੁੰਦਾ ਹੈ ਔਰ ਜੋ ਪ੍ਰਾਪਤ ਕਰਦਾ ਹੈ ਉਹਦੇ ਵਾਸਤੇ ਉਹ ਬਿਲਜ਼ ਰਿਸੀਵੇਬਲ ਹੁੰਦਾ ਹੈ। ਇਹਦੇ ਤੋਂ ਇਲਾਵਾ ਆਊਟਸਟੈਂਡਿੰਗ ਐਕਸਪੈਂਸਿਸ, ਉਹ ਵਾਲੇ ਐਕਸਪੈਂਸਿਸ ਜਿਹੜੇ ਡਿਊ ਹੋ ਚੁੱਕੇ ਹਨ ਪਰ ਅਸੀਂ ਅਜੇ ਦਿੱਤੇ ਨਹੀਂ, ਦੇਣ ਯੋਗ ਹਨ, ਅਸੀਂ ਇਸ ਸਾਰਿਆਂ ਨੂੰ ਕਰੰਟ ਲਾਇਬਿਲਟੀ ਦੇ ਵਿੱਚ ਸ਼ਾਮਲ ਕਰਦੇ ਹਾਂ। ਯਾਨੀ ਕਿ 12 ਮਹੀਨਿਆਂ ਦੇ ਅੰਦਰ ਜਿਹੜੀ ਅਦਾਇਗੀ ਵਾਲੀ ਰਕਮ ਹੁੰਦੀ ਹੈ, ਅਦਾਇਗੀ ਯੋਗ ਹੁੰਦੀ ਹੈ, ਉਸ ਨੂੰ ਅਸੀਂ ਕਰੰਟ ਲਾਇਬਿਲਟੀ ਦੇ ਵਿੱਚ ਸ਼ਾਮਲ ਕਰਦੇ ਹਾਂ। ਨੰਬਰ 3 ਤੇ ਹੈ ਸਾਡੇ ਕੋਲ ਕੰਟਿੰਜੈਂਟ ਲਾਇਬਿਲਟੀ। ਸਟੂਡੈਂਟਸ, ਇਹ ਉਹ ਦੇਣਦਾਰੀਆਂ ਹੁੰਦੀਆਂ ਹਨ ਜੋ ਕਿ ਭਵਿੱਖ ਵਿੱਚ ਅਦਾਇਗੀ ਯੋਗ ਹੋ ਵੀ ਸਕਦੀਆਂ ਹਨ ਅਤੇ ਅਦਾਇਗੀ ਯੋਗ ਨਹੀਂ ਵੀ ਹੋ ਸਕਦੀਆਂ। ਹੁਣ ਸਪੋਜ਼ ਸਾਡਾ ਕਿਸੇ ਦੂਜੀ ਫਰਮ ਦੇ ਨਾਲ ਕੋਰਟ ਵਿੱਚ ਕਿਸੇ ਸਮਾਨ ਦਾ, ਕਿਸੇ ਗੁਡਸ ਦਾ ਡਿਸਪਿਊਟ ਚੱਲ ਰਿਹਾ ਹੈ। ਕੋਰਟ ਨੇ ਅਜੇ ਉਹਦੇ ਬਾਰੇ ਡਿਸੀਜ਼ਨ ਦੇਣਾ ਬਾਕੀ ਹੈ। ਇਹ ਜ਼ਰੂਰੀ ਨਹੀਂ ਕਿ ਸਾਨੂੰ ਸਾਰੇ ਪੈਸੇ ਦੇਣੇ ਪੈ ਸਕਦੇ ਹਨ, ਜ਼ਰੂਰੀ ਨਹੀਂ ਸਾਨੂੰ ਕੋਈ ਜ਼ਮੀਨਾਂ ਦੇਣਾ ਪਏ, ਜ਼ਰੂਰੀ ਹੈ ਕਿ ਸਾਨੂੰ 50% ਵੀ ਦੇਣਾ ਪਏ। ਯਾਨੀ ਕਿ ਉਹ ਵਾਲੀ ਲਾਇਬਿਲਟੀ ਜਿਹੜੀ ਅਜੇ ਅਨਿਸ਼ਚਿਤ ਕਾਲ ਵਿੱਚ ਹੈ, ਸਾਨੂੰ ਇਸ ਬਾਰੇ ਕਲੀਅਰ ਨਹੀਂ ਕਿ ਅਸੀਂ ਕਿੰਨੀ ਪੇਮੈਂਟ ਦੇਣੀ ਹੈ, ਤਾਂ ਉਸ ਨੂੰ ਸਟੂਡੈਂਟਸ ਅਸੀਂ ਕੰਟਿੰਜੈਂਟ ਲਾਇਬਿਲਟੀ ਦੇ ਨਾਮ ਨਾਲ ਜਾਣਦੇ ਹਾਂ। ਮੈਂ ਉਮੀਦ ਕਰਦਾ ਹਾਂ ਕਿ ਇਹ ਲਾਇਬਿਲਟੀ ਦਾ ਛੋਟਾ ਜਿਹਾ ਟੌਪਿਕ ਤੁਹਾਨੂੰ ਪੂਰੀ ਤਰ੍ਹਾਂ ਨਾਲ ਸਮਝ ਆ ਗਿਆ ਹੋਏਗਾ। ਥੈਂਕਸ ਫਾਰ watching this video. Thank you. Jai Hind.